ਹੈਲੋ ਗਾਇਜ਼, ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਗੈਰੀ ਘੁੰਮਣ ਪੋਲੀਟੀ ਵੀਡੀਓ 'ਤੇ। ਮੈਂ ਕੁਲਵਿੰਦਰ ਲੈ ਕੇ ਆਈ ਜੀ ਅੱਜ ਤੁਹਾਡੇ ਵਾਸਤੇ ਪੋਲੀਟੀਕਲ ਲੈਕਚਰਰ ਅਤੇ ਮਾਸਟਰ ਕੈਡਰਾਂ ਲਈ ਸਪੈਸ਼ਲ ਪੋਲੀਟੀਕਲ ਦੇ ਮਿਕਸ MCQ ਦੀ ਸੀਰੀਜ਼। ਹਾਂਜੀ, ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜੀ, ਜਿਹੜੇ ਫਸਟ ਟਾਈਮ ਚੈਨਲ 'ਤੇ ਵਿਜ਼ਿਟ ਕੀਤੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਘੰਟੀ ਵਾਲਾ ਆਈਕਨ ਦਬਾ ਲੈਣ ਤਾਂ ਕਿ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ पहुँच जाए। ठीक है, चलो जी फिर स्टार्ट करन जा रहे हैं वीडियो। फस्ट MCQ हैगा जी, किस एक्ट अधीन राष्ट्र की एकता नूं भारतीय संविधान विच शामिल किया गया सी। हाँ जी, जिहड़ा भारत लई राष्ट्र की एकता शब्द वरत्या गया वो भारतीय संविधान विच किस एक्ट के अधीन शामिल किया गया सी जी। ऑप्शन हैगे जी 42वें सोध एक्ट 1976 राहीं, ਜਾਂ ਫਿਰ 47वें सोध एक्ट 1984, 71वें सोध एक्ट 1992, ऑप्शन नंबर डी है 92वें सोध एक्ट 2003। सही ऑप्शन है जी ऑप्शन नंबर ए 42वें सोध एक्ट 1976 राਹੀਂ। ठीक है, इंपॉर्टेंट MCQ ध्यान रखना। नैक्सट चलते हैं जी, केशवानंद भारती केस संबंधित है। ऑप्शन है जी भारतीय संविधान के मुढ़ले ढांचे नाल, सूचना के अधिकार नाल, संघवाद नाल, या फिर सुतंत्रता के अधिकार नाल। सही ऑप्शन बन जाएगी जी ऑप्शन नंबर ए भारतीय संविधान के मुढ़ले ढांचे नाल। हाँ जी, ये केस का कदों फैसला आया सी 1973 विच। ठीक है जी, इस तो पहले एक केस आया थी बेरापुरी केस, उहदे विच ਜਿਹੜਾ ਸੁਪਰੀਮ ਕੋਰਟ ਸੀ ਉਸ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਸੰਵਿਧਾਨ ਵਿੱਚ ਹੈਗਾ ਉਹ ਮੁੱਢਲਾ ਢਾਂਚਾ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਚੇਂਜਸ ਆ ਜਿਹੜਾ ਉਹ ਗੌਰਮੈਂਟ ਨਹੀਂ ਕਰ ਸਕਦੀ। ਪਰ ਜਿਹੜਾ ਕੇਸ਼ਵਾਨੰਦ ਭਾਰਤੀ ਵਾਲਾ ਫੈਸਲਾ ਆਇਆ ਸੀ ਇਹ ਵਾਲਾ, ਉਸ ਵਿੱਚ ਕਿਹਾ ਗਿਆ ਸੀ ਕਿ ਮੁੱਢਲੇ ਢਾਂਚੇ ਵਿੱਚ ਨਹੀਂ ਚੇਂਜ ਕਰ ਸਕਦੀ, ਬਾਕੀ ਸੰਵਿਧਾਨ ਵਿੱਚ ਚੇਂਜ ਆ ਜਿਹੜਾ ਉਹ ਵੀ ਸੰਸਦ ਆ ਉਹ ਕਰ ਸਕਦੀ ਹੈਗੀ। ਠੀਕ ਹੈ, ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਣਾ। ਨੈਕਸਟ ਚੱਲਦੇ ਹਾਂ ਜੀ। ਹਾਂਜੀ, ਇਸ ਵਿੱਚ ਇੱਕ ਹੋਰ ਸੀ, ਇਹਨਾਂ ਦੀ ਜੱਜਾਂ ਦੀ ਗਿਣਤੀ ਕਿੰਨੀ ਸੀ ਜਿਹੜੇ ਇਸ ਫੈਸਲੇ ਲਈ ਜੱਜਾਂ ਦਾ ਇੱਕ ਕੋਰਮ ਤਿਆਰ ਕੀਤਾ ਗਿਆ ਸੀ। ਉਹ ਹੁਣ ਤੱਕ ਦੀ ਜਿਹੜੀ ਸਭ ਤੋਂ ਵੱਡੀ ਕੋਰਮ ਸੀ ਜੀ, ਕਿੰਨੀ ਸੀ ਉਹ 13 ਮੈਂਬਰ ਸੀ ਜੀ ਉਹਦੇ ਵਿੱਚ। ਠੀਕ ਹੈ ਜੀ, 13 ਜੱਜਾਂ ਦੀ ਪੀਠ ਦੀ ਜਿਹੜੀ ਉਹ ਬੈਠੀ ਸੀਗੀ। ਚਲੋ ਨੈਕਸਟ ਚੱਲਦੇ। ਆਰਥਿਕ ਸਮਾਨਤਾ ਨੂੰ ਕੌਣ ਤਰਜੀਹ ਦਿੰਦਾ ਹੈ। ਆਪਸ਼ਨ ਹੈ ਜੀ ਮਾਰਕਸਵਾਦੀ, ਪੂੰਜੀਵਾਦੀ, ਉਦਾਰਚਿੱਤ, ਜਾਂ ਫਿਰ ਸੰਘਵਾਦੀ। ਸਹੀ ਆਪਸ਼ਨ ਹੈਗਾ ਜੀ ਜਿਹੜਾ ਆਰਥਿਕ ਸਮਾਨਤਾ ਨੂੰ ਤਹਿਜ਼ੀਬ ਦਿੰਦਾ ਗਾ, ਇੰਪੋਰਟੈਂਸ ਦਿੰਦਾ ਗਾ, ਉਹ ਹੈਗੇ ਆਪਸ਼ਨ ਨੰਬਰ ਏ ਮਾਰਕਸਵਾਦੀ। ਠੀਕ ਹੈ ਜੀ, ਮਾਰਕਸਵਾਦੀ ਕਹਿੰਦੇ ਸੀ ਕਿ ਜਿਹੜਾ ਪ੍ਰੋਪਰਟੀ ਹੈਗਾ ਜਾਂ ਫਿਰ ਹੋਰ ਆਮਦਨ ਹੁੰਦੀ ਹੈਗੀ ਕਿਸੇ ਪ੍ਰਕਾਰ ਦੀ, ਉਸ 'ਤੇ ਜਿਹੜੇ ਪੂੰਜੀਪਤੀਆਂ ਦਾ ਉਹਨਾਂ ਦਾ ਇਕੱਲਿਆਂ ਦਾ ਹੱਕ ਨਹੀਂ ਹੈਗਾ, ਜਿਹੜੇ ਲੇਬਰ ਕਰਦੇ ਨੇਗੇ ਉਹਨਾਂ ਦਾ ਵੀ ਉਸ 'ਤੇ ਪੂਰਾ ਹੱਕ ਹੈ ਅਤੇ ਉਹਨਾਂ ਨੂੰ ਉਹਦਾ ਬਣਦਾ ਹੱਕ ਮਿਲਣਾ ਚਾਹੀਦਾ ਹੈਗਾ। ਮਾਰਕਸ ਨੇ ਇੱਕ ਥਿਊਰੀ ਵੀ ਦਿੱਤੀ ਸੀ ਵਾਧੂ ਮੁੱਲ ਦਾ ਸਿਧਾਂਤ। ਠੀਕ ਹੈ ਜੀ, ਉਸ ਦੇ ਆਧਾਰ 'ਤੇ ਨੇ ਕੀ ਕਿਹਾ ਸੀ ਕਿ ਮਜ਼ਦੂਰਾਂ ਨੂੰ ਆਰਥਿਕ ਸਮਾਨਤਾ ਜਿਹੜੀ ਉਹ ਮਿਲਣੀ ਚਾਹੀਦੀ ਹੈ। ਆਰਥਿਕ ਸਮਾਨਤਾ ਨੂੰ ਤਹਿਜ਼ੀਬ ਕਿਹਨੇ ਦਿੱਤਾ ਸੀ ਜੀ, ਮਾਰਕਸਵਾਦੀਆਂ ਨੇ। ਚਲੋ ਨੈਕਸਟ ਚੱਲਦੇ। ਹਾਂ, ਇੱਕ ਹੋਰ ਸੀ ਜੀ ਜਿਹੜਾ ਮਾਰਕਸਵਾਦੀ ਨੇ, ਇਹ ਆਇਆ ਕਿਹਦੇ ਵਿੱਚ ਉੱਭਰਿਆ ਸੀ, ਉਦਾਰਵਾਦ ਵਿੱਚ ਉੱਭਰਿਆ ਸੀ। ਠੀਕ ਹੈ, ਇਹ ਵੀ ਕੁਐਸਚਨ ਬਣ ਸਕਦਾ। ਉਦਾਰਵਾਦ ਵਿੱਚ ਕਿਵੇਂ ਉੱਭਰਿਆ ਸੀ ਉਦਾਰਵਾਦ ਜਿਹੜਾ 17ਵੀਂ ਸਦੀ ਵਿੱਚ ਆਇਆ ਸੀਗਾ। ਜਿਹੜਾ ਸਟਾਰਟਿੰਗ ਦਾ ਉਦਾਰਵਾਦ ਸੀ ਉਹ ਨਕਾਰਾਤਮਕ ਉਦਾਰਵਾਦ ਸੀ। ਉਹ ਕੀ ਕਹਿੰਦਾ ਸੀ ਵੀ ਜਿਹੜਾ ਸਟੇਟ ਹੈਗਾ ਉਹਨੂੰ ਵੀ ਆਰਥਿਕ ਖੇਤਰ ਵਿੱਚ ਜਮੀ ਵੀ ਜਿਹੜੀ ਉਹ ਪਾਬੰਦੀਆਂ ਨਹੀਂ ਲਗਾਉਣੀਆਂ ਚਾਹੀਦੀਆਂ ਨੇ, ਵਿਅਕਤੀ ਨੂੰ ਖੁੱਲ੍ਹਾ ਛੱਡ ਦੇਣਾ ਚਾਹੀਦਾ, ਉਹ ਜਿਸ ਤਰ੍ਹਾਂ ਚਾਹੇ ਜਿਵੇਂ ਚਾਹੇ ਆਪਣੀ ਵਸਤੂ ਵੇਚ ਸਕਦਾ ਗਾ। ਉਸ ਦੇ ਆਧਾਰ 'ਤੇ ਜਿਹੜੀ ਇੱਕ ਪਾਸੇ ਤਾਂ ਉਹ ਗੁੱਟ ਆ ਗਿਆ ਸੀ ਜਿਨ੍ਹਾਂ ਨੇ ਬਹੁਤ ਪੈਸਾ ਕਮਾ ਲਿਆ ਸੀਗਾ, ਜਿਹੜਾ ਪੂੰਜੀ ਆ ਉਹ ਬਹੁਤ ਥੋੜ੍ਹੇ ਲੋਕਾਂ ਦੇ ਹੱਥਾਂ ਵਿੱਚ ਸੀਮਿਤ ਹੋ ਗਈ ਸੀਗੀ, ਅਤੇ ਦੂਜੇ ਪਾਸੇ ਉਹ ਆ ਗਏ ਸੀ ਜਿਨ੍ਹਾਂ ਦਾ ਹੱਦ ਤੋਂ ਵੱਧ ਸ਼ੋਸ਼ਣ ਹੋ ਰਿਹਾ ਸੀਗਾ। ਜਿਹੜੇ ਪੂੰਜੀਪਤੀ ਅਤੇ ਗਰੀਬਾਂ ਤੋਂ ਲੇਬਰ ਤਾਂ ਲੈ ਲੈਂਦੇ ਸੀ ਪਰ ਉਹਨਾਂ ਦੇ ਬਦਲੇ ਉਸਨੂੰ ਬਹੁਤ ਘੱਟ ਜਿਹੜੀ ਆਮਦਨ ਦਿੰਦੇ ਸਨ, ਪੈਸਾ ਦਿੰਦੇ ਸਨ, ਤਾਂ ਕਿ ਉਹਨਾਂ ਦਾ ਸਿਰਫ ਗੁਜ਼ਾਰਾ ਹੀ ਮਸੋ ਹੋ ਸਕੇ ਅਤੇ ਉਹ ਉਹਨਾਂ ਦੇ ਅੰਡਰ ਹਮੇਸ਼ਾ ਰਹਿਣ। ਠੀਕ ਹੈ, ਚਲੋ ਨੈਕਸਟ ਚੱਲਦੇ। ਮੈਂ ਸਾਫ਼ ਕਰ ਰਹੀ ਹੈਗੀ ਇਹਨੂੰ, ਜੇ ਕਿਸੇ ਨੇ ਨੋਟ ਕਰਨਾ ਤਾਂ ਕਰ ਲਓ। ਚਲੋ ਨੈਕਸਟ ਚੱਲਦੇ। शब्द जस्टिस किस भाषा तो लिया गया है।
ऑप्शन है जी ग्रीक, फ्रेंच, लतीनी या फिर जापानी। सही ऑप्शन बनूगी ਜਿਹੜਾ जस्टिस ਜਾਂ ਨੀਆਂ शब्द है वो कित्थों लिया गया सी? ऑप्शन नंबर ए ग्रीक भाषा तो। ठीक है, चलो नैक्सट चलते हैं। हाँ जी, ਜਿਹੜਾ जस्टिस शब्द है जी ये लैटिन भाषा ਜਾਂ ग्रीक कह लो ਜਾਂ लैटिन भाषा तो लिया गया। ये किहड़े शब्द तो लिया गया सी? जस्टिसियस। ठीक है जी, इस तो बनया सी जिहदा अर्थ की निकलदा गा जोड़ना। जस्टिस ते काम किहने कीता सी? प्लेटो ने कीता सी सब तो वध। प्लेटो की जिहड़ी थ्योरी उही नियां दे आधार ती सी। हाँ जी, नैक्सट चल जाएंगे। समुचे इनकलाब दा कौन संबंधित है? हाँ जी, समुचा इनकलाब ला लो या संपूर्ण क्रांति ला लो, सेम ही नाम ने, एक ही नाम है इन्हां दा। संपूर्ण क्रांति या समुचे इनकलाब नाल कौन संबंधित है? ऑप्शन है जी जयप्रकाश नारायण, विनोबा भावे, आचार्य कृपलानी या फिर बाबा आमटे। सही ऑप्शन बनती है जी ਇਹਦੀ ऑप्शन नंबर ए जयप्रकाश नारायण। ठीक है, जी संपूर्ण क्रांति है या समुचे क्रांति इन्होंने बारे मैं थोड़ा थोड़ा डिटेल दसना चाहती हाँ। चलो देखते हैं आप, मैंने स्पैशल ऐड किया गा। हाँ जी, जी संपूर्ण क्रांति है गई जयप्रकाश नारायण दी जी। ये धारणा तो कदों दी सी जी? 5 जून 1974 विच। ठीक है, कित्थे दित्ती सी? पटना के गांधी मैदान विच दित्ती सी। किहदे विरुद्ध सी जी? ये इंदिरा गांधी की सरकार के विरुद्ध तो उस तो नापसंद हो के ने जिहड़ी संपूर्ण क्रांति की जिहड़ी घोषणा की सी। ठीक है, ये इंपॉर्टेंट ने, सारे नोट कर लेना। संपूर्ण क्रांति की घोषणा की किसी सी? जयप्रकाश नारायण ने की सी। टिल डेट की सी उदों? 5 जून 1974। स्थान किहड़ा सी जी? पटना का गांधी मैदान। किस दे विरुद्ध सी जे? इंदिरा गांधी सरकार दे। चलो तुहानूं समझ लग गया होना। नैक्सट चलते हैं। हाँ जी, असहयोग लहर कायम हुई। हाँ जी, जिहड़ी असहयोग लहर सी वो किस लिए कायम की गई सी? ऑप्शन जी शांत आपसी होंद लई या फिर निशस्त्रीकरण लई, गैर बस्तीवादां लई या फिर उपरोक्त सारे। सही ऑप्शन है जी ये ऑप्शन नंबर डी उपरोक्त सारे। ये तीनों ते काम किया सी इन्हें, किते शांति बनाई रखण लई, निशस्त्रीकरण लई, जिहड़ी हथियारां दी होड़ आ उते ठੱਲ पाउण लई, अते गैर बस्तीवाद। नैक्सट चलदे जी, नागरिकता तो भाव है। ऑप्शन है जी समाज की मैंबरशिप की समाजिक शनाखत, व्यक्ति की नागरिकता के तौर पर कानूनी शनाखत या फिर राज की मैंबरशिप। ऑप्शन नंबर डी हैगा बी और सी दोवे। सही ऑप्शन बन गया जी नागरिक होंगी है जी एक कानूनी शनाखत होंगी है। ठीक है जी, कानूनी तौर पर मिली हुई होंगी हैगी। ऑप्शन नंबर बी राइट होगा जी। नागरिकता की होंगी है जी व्यक्ति की नागरिकता के तौर पर कानूनी शनाखत। चलो नागरिकता नाल संबंधित आर्टिकल किहड़े ने जी? 5 तो 11। भारतीय संविधान का किहड़ा पार्ट आ? पार्ट नंबर 2। चलो नैक्सट चलते हैं। हाँ जी, भारत की सर्वोच्च अदालत का चीफ जस्टिस कौन नहीं सी? हाँ जी, इत्थे नहीं वाल ध्यान देना। इन्हां विचों किहड़ा वो चीफ जस्टिस कदे भी नहीं बनया हैगा? ऑप्शन है जी AN रे, MH बेग, PN भगवती या फिर MC सीतलवाड़। सही ऑप्शन है जी ऑप्शन नंबर डी। जिहड़ा सीतलवाड़ है कदे भी चीफ जस्टिस हो नहीं बनया हैगा। ठीक है, चलो नैक्सट चलते हैं जी। पंजाब विच विधान परिषद इस तो बाद खत्म हो गई सी। हाँ जी, जिहड़ी विधान परिषद है कदों खत्म हुई सी पंजाब विचों? ये वेरी इंपॉर्टेंट क्वेश्चन है जी, स्टार लगा लेना ते। ठीक है, स्क्रीनशॉट लेना चाहुंदे तो स्क्रीनशॉट भी ले सकते हो। ऑप्शन देखते हैं जी ते 1 अक्तूबर 1969। नैक्सट है जी 7 जनवरी 1970 या फिर 17। नैक्सट है 7 जनवरी 1971 तो ऑप्शन नंबर डी हैगी 7 जून 1972 1972। सही ऑप्शन है जी
ਜਿਹੜੀ ਵਿਧਾਨ ਪ੍ਰੀਸ਼ਦ ਆ ਜਿਹੜੀ ਉਹ ਕਦੋਂ ਖਤਮ ਹੋਈ ਸੀ ਜੀ ਪੰਜਾਬ ਵਿੱਚੋਂ? ਆਪਸ਼ਨ ਨੰਬਰ ਬੀ 7 ਜਨਵਰੀ 1970। ਠੀਕ ਹੈ। ਚਲੋ ਮੈਂ ਇਹਦੇ ਨਾਲ ਇੱਕ ਸਲਾਈਡ ਵੀ ਐਡ ਕੀਤੀ ਹੈ, ਤੁਹਾਨੂੰ ਦਿਖਾ ਦਿੰਦੀ ਹਾਂ। ਪਤਾ ਨਹੀਂ ਕਿੱਧਰ ਚਲੀ ਗਈ, ਮੈਂ ਤਾਂ ਉਰੀ ਲਗਾਈ ਸੀ। ਚਲੋ ਕਈ ਵਾਰ ਅੱਗੇ ਆ ਗਈ ਹੋਣੀ ਜਾਂ ਫਿਰ ਮੇਰੇ ਤੋਂ ਮਿਸ ਹੋ ਗਈ ਹੋਣੀ। ਚਲ ਨੈਕਸਟ ਦੇਖਦੇ ਹਾਂ ਜੀ। ਭਾਰਤ ਵਿੱਚ ਸੰਵਿਧਾਨ ਦੇ ਮਾਡਲ ਕਿਹੜੇ ਹਨ? ਹਾਂਜੀ, ਭਾਰਤ ਆ ਜਿਹੜਾ ਕਿਸ ਪ੍ਰਕਾਰ ਦਾ ਜਿਹੜਾ ਸੰਘਵਾਦ ਹੈਗਾ? ਆਪਸ਼ਨ ਹੈ ਜੀ ਇੱਕਵਾਦੀ ਸੰਘਵਾਦ, ਸਹਿਕਾਰੀ ਸੰਘਵਾਦ, ਸੌਦੇਬਾਜ਼ੀ ਸੰਘਵਾਦ ਜਾਂ ਫਿਰ ਉਪਰੋਕਤ ਸਾਰੇ ਹੀ। ਸਹੀ ਆਪਸ਼ਨ ਹੈਗੇ ਜੀ ਇਹਦੀ ਆਪਸ਼ਨ ਨੰਬਰ ਡੀ, ਉਪਰੋਕਤ ਸਾਰੇ ਹੀ। ਠੀਕ ਹੈ ਜੀ। ਕੋਈ ਕਹਿੰਦਾ ਭਾਰਤ ਇੱਕ ਗਹਿਰੀ ਸੰਘਵਾਦ ਆ, ਕੋਈ ਕਹਿੰਦਾ ਕਿ ਇਹ ਸਹਿਕਾਰੀ ਸੰਘਵਾਦ ਆ, ਜਿਵੇਂ ਆਸਟਿਨ ਨੇ ਕਿਹਾ ਸੀ ਕਿ ਭਾਰਤੀ ਸੰਵਿਧਾਨ ਇੱਕ ਸਹਿਕਾਰੀ ਸੰਘਵਾਦ ਆ। ਮੌਰਿਸ ਜੌਨਸ ਨੇ ਕੀ ਕਿਹਾ ਸੀ ਕਿ ਭਾਰਤੀ ਸੰਵਿਧਾਨ ਇੱਕ ਸੌਦੇਬਾਜ਼ੀ ਸੰਘਵਾਦ ਆ। ਇਹ ਜਿਨ੍ਹਾਂ ਨੇ ਵੱਖ-ਵੱਖ ਸਟੇਟਮੈਂਟ ਦਿੱਤੀਆਂ ਨੇ ਸੰਘਵਾਦ 'ਤੇ, ਇਹ ਵੀ ਜ਼ਰੂਰ ਯਾਦ ਕਰ ਲੈਣਾ, ਇੰਪੋਰਟੈਂਟ ਆ ਜੀ, ਇਹ ਆ ਜਾਂਦਾ ਗਾ। ਹਾਂਜੀ, ਇਸ ਦੀ ਸਲਾਈਡ ਹੈਗੀ ਜੀ ਆਪਣੇ ਲਵੇ। ਗੈਬਰੀਲ ਆਸਟਿਨ ਆ ਜਿਹੜਾ, ਗ੍ਰੈਨਵਿਲ ਆਸਟਿਨ, ਇਹਨੇ ਕੀ ਕਿਹਾ ਸੀ ਭਾਰਤੀ ਸੰਘਵਾਦ ਨੂੰ? ਕੀ ਕਿਹਾ ਸੀ? ਕੋਆਪਰੇਟਿਵ ਫੈਡਰਲਿਜ਼ਮ ਜਾਂ ਸਹਿਕਾਰੀ ਸੰਘਵਾਦ। ਠੀਕ ਹੈ। ਨੈਕਸਟ ਹੈਗਾ ਜੀ ਪਾਲ ਉਪਲਬਧੀ। ਪਾਲ ਉਪਲਬਧੀ ਨੇ ਕੀ ਕਿਹਾ ਸੀ ਜੀ? ਕੇਂਦਰ ਦੀ ਮਜ਼ਬੂਤ ਪੱਧਤੀ। ਨੈਕਸਟ ਹੈ ਜੀ ਕੇਸੀ ਵਹੀਰੇ। ਕੇਸੀ ਵਹੀਰੇ ਨੇ ਕੀ ਕਿਹਾ ਸੀ? ਭਾਰਤੀ ਸੰਘਵਾਦ ਨੂੰ ਅਰਧ ਸੰਘਵਾਦ ਕਿਹਾ ਸੀ ਜੀ। ਠੀਕ ਹੈ। ਇਹ ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਕਈ ਵਾਰ ਆਇਆ ਗਾ ਇਹ ਪੇਪਰ 'ਚ। ਇੱਕ ਆਸਟਿਨ ਵਾਲਾ ਤਿੱਕ ਗੈਬਰੀਲ ਕੇਸੀ ਵਹੀਰੇ ਤਿੱਕ ਜਿਹੜਾ ਨੈਕਸਟ ਹੈਗਾ ਆਈਵਰ ਜੈਨਿੰਗਸ। ਇਹ ਤਾਂ ਤਿੰਨ ਮੋਸਟ ਇੰਪੋਰਟੈਂਟ ਨੇ, ਜ਼ਰੂਰ ਯਾਦ ਕਰ ਲੈਣਾ। ਹਾਂਜੀ, ਕੇਸੀ ਵਹੀਰੇ ਨੇ ਕੀ ਕਿਹਾ ਸੀ? ਭਾਰਤੀ ਸੰਘਵਾਦ ਨੂੰ ਅਰਧ ਸੰਘਵਾਦ। ਅਤੇ ਆਈਵਰ ਜੈਨਿੰਗਸ ਨੇ ਕੀ ਕਿਹਾ ਸੀ? ਅਤਿਅੰਤ ਸੰਘੀ, ਵੀ ਹੱਦ ਨਾਲੋਂ ਵੱਧ ਜਿਹੜੀ ਇਹ ਕਠੋਰ ਹੈਗਾ। ਠੀਕ ਹੈ। ਸਟਰੋਂਗ ਟੈਂਡੈਂਸੀ। ਚਲੋ ਮੈਂ ਇੱਕ ਵਾਰ ਦੁਬਾਰਾ ਤੋਂ ਨੋਟ ਕਰਾ ਦਿੰਦੀ ਹਾਂ। ਹਾਂਜੀ, ਕਿਹੜੇ ਯਾਦ ਕਰਨਾ? ਇੱਕ ਆਪਾਂ ਨੇ ਆਸਟਿਨ ਵਾਲਾ ਯਾਦ ਕਰਨਾ, ਸਹਿਕਾਰੀ ਸੰਘਵਾਦ। ਪਾਲ ਉਪਲਬਧੀ ਵਾਲਾ ਕਰ ਲੈਣਾ, ਕੇਂਦਰ ਦੀ ਮਜ਼ਬੂਤ ਪੱਧਤੀ। ਕੇਸੀ ਵਹੀਰੇ ਅਰਧ ਸੰਘਵਾਦ ਅਤੇ ਆਈਵਰ ਜੈਨਿੰਗਸ ਅਤਿਅੰਤ ਸੰਘੀਏ ਜਾਂ ਹੱਦ ਨਾਲੋਂ ਵੱਧ ਜਿਹੜੀ ਕਠੋਰ ਆ। ਠੀਕ ਹੈ। ਇਹ ਜ਼ਰੂਰ ਯਾਦ ਕਰ ਲੈਣਾ। ਚਲੋ ਨੈਕਸਟ ਚੱਲਦੇ ਹਾਂ। ਪਹਿਲੀ ਅਭਿਨੇਤਰੀ ਜੋ ਰਾਜ ਸਭਾ ਦੇ ਲਈ ਨਾਮਾਂਕਿਤ ਕੀਤੀ ਗਈ। ਹਾਂਜੀ, ਫਸਟ ਅਭਿਨੇਤਰੀ ਕਿਹੜੀ ਸੀ ਜੀ ਜਿਹੜੀ ਰਾਜ ਸਭਾ ਲਈ ਚੁਣੀ ਗਈ ਸੀ? ਆਪਸ਼ਨ ਹੈਗੇ ਜੀ ਜੈ ਲਲਿਤਾ, ਨਰਸਿੰਘ ਦੱਤ, ਵੈਜੰਤੀ ਮਾਲਾ ਜਾਂ ਫਿਰ ਦੇਵਿਕਾ ਰਾਣੀ। ਸਹੀ ਆਪਸ਼ਨ ਹੈਗੇ ਜੀ ਇਹਦੀ ਜਿਹੜੀ ਫਸਟ ਅਭਿਨੇਤਰੀ ਸੀਗੀ ਰਾਜ ਸਭਾ ਲਈ ਨਾਮਿਤ ਹੋਈ, ਉਹ ਹੈਗੀ ਸੀ ਆਪਸ਼ਨ ਨੰਬਰ ਬੀ ਨਰਸਿੰਘ ਦੱਤ। ਠੀਕ ਹੈ। ਚਲੋ ਨੈਕਸਟ। ਹਾਂਜੀ, ਇਸ ਦੀ ਸਲਾਈਡ ਆ ਜੀ। ਇਹ ਸੀ ਜੀ ਉਹ ਅਭਿਨੇਤਰੀ ਨਰਸਿੰਘ ਦੱਤ। ਠੀਕ ਹੈ। ਕਦੋਂ ਤੋਂ ਇਹ ਹੋਈ ਸੀ ਜੀ? 1980 ਤੋਂ ਹੋਈ ਤੀ ਇਹ ਨਾਮਾਂਕਿਤ। ਕਦੋਂ ਇਹਦਾ ਨਾਮ ਆਇਆ ਸੀ ਰਾਜ ਸਭਾ ਲਈ? ਇਹਨੂੰ ਚੁਣਿਆ ਗਿਆ ਸੀ 1980 ਵਿੱਚ ਚੁਣਿਆ ਗਿਆ ਸੀ। ਇਹਨੂੰ ਪਦਮ ਸ਼੍ਰੀ ਜਿਹੜਾ ਪੁਰਸਕਾਰ ਵੀ ਮਿਲਿਆ ਹੋਇਆ। ਠੀਕ ਹੈ ਜੀ। ਇਹ ਪਹਿਲੀ ਉਹ ਇਸਤਰੀ ਸੀ ਜਿਹਨੂੰ ਪਦਮ ਸ਼੍ਰੀ ਵੀ ਮਿਲਿਆ ਸੀ। ਠੀਕ ਹੈ। ਉਹਦੇ ਵਿੱਚ ਵੀ ਅਭਿਨੇਤਰੀਆਂ ਵਿੱਚੋਂ ਸੀ, ਵੈਸੇ ਨਹੀਂ। ਪਹਿਲੀ ਅਭਿਨੇਤਰੀ ਭਾਰਤ ਦੀ ਜਿਹਨੂੰ ਪਦਮ ਸ਼੍ਰੀ ਮਿਲਿਆ ਸੀ ਉਹ ਕੌਣ ਸੀ? ਨਰਸਿੰਘ ਦੱਤ। ਟਾਈਮ ਪੀਰੀਅਡ 1980। ਚਲੋ ਨੈਕਸਟ ਚੱਲਦੇ। ਵਿਧਾਨ ਪ੍ਰੀਸ਼ਦ ਕਿਸੇ ਸਧਾਰਨ ਬਿੱਲ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਅਵਧੀ ਤੱਕ ਰੋਕ ਸਕਦੀ ਹੈ? ਹਾਂਜੀ, ਵਿਧਾਨ ਪ੍ਰੀਸ਼ਦ ਬਾਰੇ ਪੁੱਛਿਆਗਾ ਵੀ ਜਿਹੜੇ ਸਧਾਰਨ ਬਿੱਲ ਹੁੰਦੇ ਨੇ ਉਸ ਨੂੰ ਕਿੰਨਾ ਸਮੇਂ ਲਈ ਰੋਕ ਸਕਦੀ ਹੈ? ਆਪਸ਼ਨ ਹੈ ਜੀ 3 ਮਹੀਨੇ, 4 ਮਹੀਨੇ, 6 ਮਹੀਨੇ ਜਾਂ ਫਿਰ 14 ਮਹੀਨੇ। ਸਹੀ ਆਪਸ਼ਨ ਬਣਦੀ ਹੈ ਜੀ ਆਪਸ਼ਨ ਨੰਬਰ ਬੀ 4 ਮਹੀਨੇ। ਠੀਕ ਹੈ। ਨੈਕਸਟ ਚੱਲਦੇ ਹਾਂ ਜੀ। ਰਾਜ ਵਿੱਚ ਧਨ ਬਿੱਲ ਪ੍ਰਸਤੁਤ ਕੀਤਾ ਜਾ ਸਕਦਾ ਹੈ। ਆਪਸ਼ਨ ਹੈ ਜੀ ਦੋਹਾਂ ਵਿੱਚੋਂ ਕਿਸੇ ਵੀ ਸਦਨ ਵਿੱਚ, ਦੋਹਾਂ ਸਦਨਾਂ ਵਿੱਚ ਪਰਸਪਰ ਇੱਕੋ ਸਮੇਂ, ਜਾਂ ਫਿਰ ਸਿਰਫ ਵਿਧਾਨ ਸਭਾ ਵਿੱਚ ਜਾਂ ਸਿਰਫ ਉੱਚ ਸਦਨ ਵਿੱਚ। ਹਾਂਜੀ, ਮਨੀ ਬਿੱਲ ਆ ਜਿਹੜਾ ਸਿਰਫ ਕਿੱਥੇ ਹੁੰਦਾ ਜੀ? ਰਾਜ ਲਈ, ਰਾਜ ਵਿੱਚ ਸਿਰਫ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਠੀਕ ਹੈ। ਇਸ ਤਰ੍ਹਾਂ ਇਹ ਜੇ ਸੈਂਟਰ ਲੈਵਲ 'ਤੇ ਦੇਖਣਾ ਹੋਵੇ ਤਾਂ ਜਿਹੜਾ ਮਨੀ ਬਿੱਲ ਆ ਸਿਰਫ ਉਹ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਗਾ, ਅਤੇ ਸਟੇਟ ਲੈਵਲ 'ਤੇ ਇਹ ਵਿਧਾਨ ਸਭਾ ਵਿੱਚ। ਹਾਂਜੀ, ਮਨੀ ਬਿੱਲ ਨਾਲ ਸੰਬੰਧਿਤ ਆਰਟੀਕਲ ਕਿੰਨਾ ਜੀ? ਜੇ ਵੈਸੇ ਇਕੱਲਾ ਮਨੀ ਬਿੱਲ ਬਾਰੇ ਪੁੱਛ ਲਏ ਤਾਂ ਉਹਦਾ ਹੈਗਾ ਆਰਟੀਕਲ
110 ਨੰਬਰ ਆर्टिकल है। ठीक है, चलो नैक्सट चल। किस संविधान सोध द्वारा प्रस्तावना विच पंथ निरपेख समाजवादी ਅਤੇ अखंडता शब्द जोड़े गए। हाँ जी, भारतीय संविधान जिहड़ी प्रस्तावना विच हुण तक सिर्फ एक वार ही सोध हुई है, तो उस सोध विच इहदे विच ਅੱਖਰ ਐਡ ਕੀਤੇ ਜਾਂ ਉਹ ਸ਼ਬਦ ਐਡ ਕੀਤੇ ਗਏ ਸੀ। ਕਿਹੜੇ ਕਿਹੜੇ ਜੋੜੇ ਗਏ ਸੀ? ਪੰਥ ਨਿਰਪੇਖ, ਸਮਾਜਵਾਦੀ ਅਤੇ ਅਖੰਡਤਾ। ਹਾਂਜੀ, ਕਿਹੜੀ ਸੰਵਿਧਾਨਿਕ ਸੋਧ ਹੋਈ ਸੀ ਉਸ ਸਮੇਂ? ਆਪਸ਼ਨ ਹੈਗੀ ਹੈਗੀ 9ਵੇਂ ਨੰਬਰ ਦੀ, 25ਵੀਂ, 42ਵੀਂ ਜਾਂ ਫਿਰ 44ਵੀਂ। ਸਹੀ ਆਪਸ਼ਨ ਬਣੂਗੀ ਇਹਦੀ ਆਪਸ਼ਨ ਨੰਬਰ ਸੀ 42ਵੀਂ। ਠੀਕ ਹੈ, ਕਦੋਂ ਹੋਈ ਸੀ ਜੀ ਇਹ? 1976। ਇਹਨੂੰ ਹੋਰ ਨੇਮ ਕੀ ਦਿੱਤਾ ਜਾਂਦਾ? ਇਹਨੂੰ ਮਿਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਜੀ। ਠੀਕ ਹੈ ਜੀ, ਜਿਹੜੀ 42ਵੀਂ ਨੰਬਰ ਅਮੈਂਡ ਹੋਈ ਸੀ ਜੀ 1976 ਵਿੱਚ, ਇਸ ਨੂੰ ਇੱਕ ਮਿਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਗਾ, ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਸੋਧਾਂ ਕੀਤੀਆਂ ਗਈਆਂ ਸੀ। ਨੈਕਸਟ ਹੈਗਾ ਜੀ, ਕਿਸ ਵਾਦ ਵਿੱਚ ਉੱਚਤਮ ਅਦਾਲਤ ਨੇ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਅੰਗ ਦੱਸਿਆ? ਆਪਸ਼ਨ ਹੈਗੇ ਜੀ ਬੇਰਾਬੁਰੀ, ਕੇਸ਼ਵਾਨੰਦ ਭਾਰਤੀ, ਮਿਨਰਵਾ ਮਿਲ ਜਾਂ ਫਿਰ ਗੋਲਕਨਾਥ। ਸਹੀ ਆਪਸ਼ਨ ਹੈਗੇ ਜੀ ਆਪਸ਼ਨ ਨੰਬਰ ਬੀ, ਕੇਸ਼ਵਾਨੰਦ ਭਾਰਤੀ ਕੇਸ ਵਿੱਚ ਜਿਹੜਾ ਸੁਪਰੀਮ ਕੋਰਟ ਤੇ ਉਹਨੇ ਕੀ ਕਿਹਾ ਸੀ? ਜਿਹੜਾ ਪ੍ਰਸਤਾਵਨਾ ਉਹ ਸੰਵਿਧਾਨ ਦਾ ਅੰਗ ਹੈ। ਠੀਕ ਹੈ, ਟਾਈਮ ਨੋਟ ਕਰ ਲਓ ਜੀ, 1973। ਗੋਲਕਨਾਥ ਦਾ ਹੈਗਾ ਜੀ 1967। ਬੇਰਾਬੁਰੀ ਦਾ ਹੈਗਾ 1960 ਅਤੇ ਮਿਨਰਵਾ ਮਿਲ 1980। ਠੀਕ ਹੈ, ਚਲੋ ਨੈਕਸਟ ਚੱਲਦੇ। ਟਾਈਮ ਪੀਰੀਅਡ ਯਾਦ ਕਰ ਲਿਆ ਕਰੋ, ਕਈ ਵਾਰ ਇਹ ਇੱਕ ਦੂਸਰੇ ਨਾਲ ਵੈਸੇ ਹੀ ਮਿਲਾਨ ਆ ਜਾਣਗੇ। ਇੱਕ ਪਾਸੇ ਟਾਈਮ ਦਿੱਤਾ ਹੋਊਗਾ ਅਤੇ ਇੱਕ ਪਾਸੇ ਕੇਸ ਦਿੱਤੇ ਹੋਣਗੇ, ਇਹਨਾਂ ਨੂੰ ਮੈਚ ਕਰੋ ਕਿਹੜਾ ਕਦੋਂ ਸੀ। ਨੈਕਸਟ ਚੱਲਦੇ ਹਾਂ ਜੀ, ਭਾਰਤੀ ਸੰਸਦੀ ਪ੍ਰਣਾਲੀ ਬ੍ਰਿਟਿਸ਼ ਸੰਸਦੀ ਪ੍ਰਣਾਲੀ ਨਾਲੋਂ ਇਸ ਗੱਲ ਵਿੱਚ ਵੱਖ ਹੈ ਕਿ ਭਾਰਤ ਵਿੱਚ, ਹਾਂਜੀ ਆਪਾਂ ਨੂੰ ਪਤਾ ਹੀ ਹੈ ਜਿਹੜੇ ਭਾਰਤ ਦੀ ਸੰਸਦੀ ਪ੍ਰਣਾਲੀ ਆਪਾਂ ਨੇ ਬ੍ਰਿਟੇਨ ਸੰਸਦੀ ਪ੍ਰਣਾਲੀ ਦੇ ਮਾਡਲ 'ਤੇ ਆਧਾਰਿਤ ਹੈਗੀ, ਪਰ ਇਹਨਾਂ ਵਿੱਚ ਇੱਕ ਡਿਫਰੈਂਸ ਹੈਗਾ, ਉਹ ਦੱਸਣਾ ਵੀ ਕੀ ਹੈਗਾ ਇਸ ਕੁਐਸਚਨ ਅੰਦਰ। ਆਪਸ਼ਨ ਹੈਗੀ ਜੀ ਫਸਟ, ਵਾਸਤਵਿਕ ਅਤੇ ਨਾਮਾਤਰ ਦੋਨੋਂ ਪ੍ਰਕਾਰ ਦੀ ਕਾਰਜਪਾਲਿਕਾ। ਇਹ ਤਾਂ ਠੀਕ ਹੈ, ਆਪਾਂ ਨੂੰ ਪਤਾ ਜਿਹੜਾ PM ਹੁੰਦਾ ਉਹ ਵਾਸਤਵਿਕ ਹੁੰਦਾ ਅਤੇ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਨਾਮਾਤਰ ਦਾ ਹੁੰਦਾ ਹੈ। ਠੀਕ ਹੈ, ਨੈਕਸਟ ਹੈਗਾ ਜੀ ਸਮੂਹਿਕ ਉੱਤਰਦਾਇਿਤਵ ਦੀ ਪ੍ਰਣਾਲੀ ਹੈ। ਇਹ ਵੀ ਰਾਈਟ ਹੈ ਜੀ। ਜਿਹੜੇ ਕੈਬਨਿਟ ਹੁੰਦੇ ਨੇ ਕਿਹਦੇ ਪ੍ਰਤੀ ਸਮੂਹਿਕ ਤੌਰ 'ਤੇ ਉੱਤਰਦਾਈ ਹੁੰਦੇ ਨੇਗੇ? ਲੋਕ ਸਭਾ ਪ੍ਰਤੀ। 2 ਸਦਨੀ ਵਿਧਾਇਕਾ ਹੈ, ਇਹ ਵੀ ਰਾਈਟ ਹੈ ਜੀ। ਭਾਰਤ ਵਿੱਚ ਵੀ 2 ਸਦਨੀਆਂ ਲੋਕ ਸਭਾ ਅਤੇ ਰਾਜ ਸਭਾ। ਨਿਆਇਕ ਪੁਨਰਵਲੋਕਨ ਦੀ ਪ੍ਰਣਾਲੀ ਹੈ, ਇਹ ਰੌਂਗ ਹੈ ਜੀ। ਇਹ ਸਿਰਫ ਭਾਰਤ ਅਤੇ ਅਮੈਰੀਕਾ ਵਿੱਚ ਹੈਗਾ, ਨਾ ਕਿ ਬ੍ਰਿਟੇਨ ਵਿੱਚ। ਠੀਕ ਹੈ, ਆਪਸ਼ਨ ਨੰਬਰ ਡੀ ਇੱਥੇ ਆਪਣਾ ਇੱਕ ਰਾਈਟ ਆਨਸਰ ਬਣ ਜੂਗਾ। ਆਪਾਂ ਨੇ ਦੱਸਣਾ ਜੀ ਕਿਹੜੇ ਵਿੱਚ ਵੱਖ ਹੈਗੇ, ਉਹ ਤੋਂ ਹੈਗੇ ਆਪਸ਼ਨ ਨੰਬਰ ਡੀ ਵਿੱਚ ਇਹ ਵੱਖਰੀ ਹੈ ਅਤੇ ਆਪਸ਼ਨ ਨੰਬਰ ਡੀ ਇੱਥੇ ਆਪਣਾ ਰਾਈਟ ਆਨਸਰ ਹੋ ਜੂਗਾ। ਨੈਕਸਟ ਚੱਲਦੇ ਹਾਂ ਜੀ, ਨਿਆਇਕ ਪੁਨਰਵਲੋਕਨ ਦੀ ਵਿਵਸਥਾ। ਆਪਸ਼ਨ ਏ ਸਿਰਫ ਭਾਰਤ ਵਿੱਚ ਹੈ, ਸਿਰਫ USA ਵਿੱਚ ਹੈ, ਭਾਰਤ ਅਤੇ USA ਵਿੱਚ ਹੈ ਜਾਂ ਫਿਰ ਸਿਰਫ UK ਵਿੱਚ ਹੈ। ਸਹੀ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ ਸੀ, ਭਾਰਤ ਅਤੇ USA ਵਿੱਚ ਹੈ। ਹਾਂਜੀ, ਹੁਣ ਅਮੈਰੀਕਾ ਵਿੱਚ ਇਹ ਕਦੋਂ ਤੋਂ ਸਟਾਰਟ ਹੋਈ ਸੀ ਜੀ? ਜਿਹੜਾ ਨਿਆਇਕ ਪੁਨਰਵਲੋਕਨ ਹੋਇਆ ਸੀ ਇਹ ਹੋਈ ਸੀ 1803 ਤੋਂ। ਮਾਰਬੜੀ ਬਨਾਮ ਮੈਡੀਸਨ ਇੱਕ ਕੇਸ ਦਾ ਨਾਮ ਕੀ ਸੀ? ਮਾਰਬੜੀ ਬਨਾਮ ਮੈਡੀਸਨ। ਉਸ ਵਿੱਚ 1803 ਵਿੱਚ ਫਸਟ ਟਾਈਮ ਆ ਜਿਹੜਾ ਜੁਡੀਸ਼ੀਅਲ ਰਿਵਿਊ ਆ ਜਿਹੜਾ ਉਹ ਸਟਾਰਟ ਕੀਤੀ ਗਈ ਸੀ। ਅਤੇ ਭਾਰਤ ਵਿੱਚ ਇਹ ਕਦੋਂ ਤੋਂ ਆ? ਜਦੋਂ ਤੋਂ ਭਾਰਤ ਦਾ ਸੰਵਿਧਾਨ ਬਣਿਆ ਸੀ ਉਸ ਸਮੇਂ ਇਹਦੇ ਵਿੱਚ ਐਡ ਕੀਤੀ ਗਈ ਸੀ। ਇਹ ਸਿੱਧੇ ਤੌਰ 'ਤੇ ਭਾਰਤੀ ਸੰਵਿਧਾਨ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਹੈਗਾ ਕਿ ਭਾਰਤ ਲਵੇ ਇੱਕ ਨਿਆਇਕ ਪੁਨਰਵਲੋਕਨ ਦੀ ਵੀ ਸ਼ਕਤੀ ਹੈਗਾ। ਬਸ ਇਨਡਾਇਰੈਕਟ ਤਰੀਕੇ ਨਾਲ ਜਿਹੜਾ ਭਾਰਤ ਦਾ ਸੰਵਿਧਾਨ ਨੰਬਰ ਹੈਗਾ ਆਰਟੀਕਲ 13 ਦੇ 2 ਵਿੱਚ ਲਿਖਿਆ ਹੋਇਆ ਹੈਗਾ ਵੀ ਜੇ ਸੰਸਦ ਕੋਈ ਵੀ ਅਜਿਹਾ ਕਾਨੂੰਨ ਪਾਸ ਕਰਦੀ ਹੈ ਜਿਹੜੇ ਭਾਰਤੀ ਸੰਵਿਧਾਨ ਦੇ ਉਲਟ ਹੈਗਾ ਤਾਂ ਉਸ ਨੂੰ ਜਿਹੜਾ ਸੁਪਰੀਮ ਕੋਰਟ ਰੱਦ ਕਰ ਸਕਦੀ ਹੈ। ਠੀਕ ਹੈ, ਚਲੋ ਆਏਗਾ ਤੁਹਾਨੂੰ ਸਾਰਾ ਸਮਝ ਲੱਗ ਗਿਆ। ਹੁਣ ਨੈਕਸਟ ਚੱਲਦੇ ਹਾਂ। ਭਾਰਤ ਨੇ ਸੰਵਰਧੀ ਸੂਚੀ ਦੀ ਸੰਕਲਪਨਾ ਸੰਸ਼ੋਧਿਤ ਕੀਤੀ ਹੈ। ਹਾਂਜੀ, ਜਿਹੜੀ ਸੰਵਰਧੀ ਸੂਚੀ ਹੈ ਭਾਰਤ ਨੇ ਕਿੱਥੋਂ ਬਾਰੋ ਕੀਤੀ ਹੈ ਜੀ? ਆਪਸ਼ਨ ਹੈਗੇ USA ਦੇ ਸੰਵਿਧਾਨ ਤੋਂ, ਸਵਿਟਜ਼ਰਲੈਂਡ ਦੇ ਸੰਵਿਧਾਨ ਤੋਂ, ਆਸਟ੍ਰੇਲੀਆ ਦੇ ਸੰਵਿਧਾਨ ਤੋਂ ਜਾਂ ਫਿਰ
USSR ਦੇ ਸੰਵਿਧਾਨ ਤੋਂ। ਸਹੀ ਆਪਸ਼ਨ ਹੈਗੇ ਜੀ ਆਪਸ਼ਨ ਨੰਬਰ ਸੀ, ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਠੀਕ ਹੈ, ਚਲੋ ਨੈਕਸਟ ਚੱਲਦੇ ਹਾਂ ਜੀ। ਭਾਰਤੀ ਸੰਵਿਧਾਨ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਤੱਤਾਂ ਦੀ ਸੰਕਲਪਨਾ ਕਿਸ ਦੇਸ਼ ਦੇ ਸੰਵਿਧਾਨ 'ਤੇ ਆਧਾਰਿਤ ਹੈ? ਹਾਂਜੀ, ਭਾਰਤੀ ਸੰਵਿਧਾਨ ਨੇ ਜਿਹੜੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਤੱਤ ਨੇ ਇਹ ਕਿਹੜੇ ਦੇਸ਼ ਤੋਂ ਆਧਾਰਿਤ ਹੈ ਜੀ? ਆਪਸ਼ਨ ਹੈਗੇ ਆ ਫਰਾਂਸ, ਆਇਰਲੈਂਡ, ਜਾਪਾਨ ਜਾਂ ਫਿਰ USSR। ਸਹੀ ਆਪਸ਼ਨ ਹੈਗੇ ਜੀ ਆਪਸ਼ਨ ਨੰਬਰ ਬੀ, ਆਇਰਲੈਂਡ ਤੋਂ। ਠੀਕ ਹੈ, ਚਲੋ ਨੈਕਸਟ ਚੱਲਦੇ। ਭਾਰਤ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਰਾਜ ਵਿੱਚ 2 ਸਦਨੀ ਵਿਧਾਨ ਮੰਡਲ ਹੈ? ਹਾਂਜੀ, ਦੱਸਣਾ ਕਿਹੜੇ ਰਾਜ ਵਿੱਚ ਹੈਗੇ ਆ। ਆਪਸ਼ਨ ਹੈਗੇ ਜੀ ਤਮਿਲਨਾਡੂ, ਕੇਰਲਾ, ਪੱਛਮੀ ਬੰਗਾਲ, ਬਿਹਾਰ। ਇਹ ਮੈਨੂੰ ਲੱਗਦਾ ਕੁਸ਼ਚਨ ਨੇ ਗਲਤ ਫਰੇਮ ਕੀਤਾ ਹੋਇਆ ਜੀ, ਇੱਥੇ ਨਹੀਂ ਹੋਣੀ ਸੀ ਜੀ। ਕੇਰਲਾ ਵਿੱਚ ਵੀ ਹੈਗਾ ਹੀ ਗੈਸ, ਬਿਹਾਰ ਵਿੱਚ ਵੀ ਹੈਗੇ ਗੀ, ਇੱਥੇ ਨਹੀਂ ਹੋਣੀ ਸੀ। ਇੱਕ ਮਿੰਟ, ਹਾਂਜੀ ਦੁਬਾਰਾ ਕੁਸ਼ਚਨ ਰਿਪੀਟ ਕਰਦੇ ਹਾਂ ਜੀ, ਥੋੜ੍ਹੀ ਜਿਹੀ ਮੈਨੂੰ ਕਨਫਿਊਜ਼ਨ ਇਹਦੇ 'ਚ। ਭਾਰਤ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਰਾਜ ਵਿੱਚ 2 ਸਦਨੀ ਵਿਧਾਨ ਮੰਡਲ ਹੈ? ਹਾਂਜੀ, ਕਿੱਥੇ ਕਿੱਥੇ ਹੈਗੀ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਐਂ ਦੱਸਦੀ। ਆਂਧਰਾ ਪ੍ਰਦੇਸ਼ ਵਿੱਚ ਹੈਗੀ, ਬਿਹਾਰ ਵਿੱਚ ਹੈਗੀ ਆ, ਤੇਲੰਗਾਨਾ ਵਿੱਚ ਹੈਗੇ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕਾ ਵਿੱਚ। ਇਹਨਾਂ ਵਿੱਚੋਂ ਕਿਹੜਾ ਨੇਮ ਹੈ ਜੀ ਇੱਥੇ? ਆਪਸ਼ਨ ਨੰਬਰ ਡੀ, ਬਿਹਾਰ। ਠੀਕ ਹੈ, ਬਿਹਾਰ ਵਿੱਚ ਕੁਸ਼ਚਨ ਠੀਕ ਸੀ, ਮੈਨੂੰ ਇਹ ਕਨਫਿਊਜ਼ਨ ਹੋ ਗਈ। ਹਾਂਜੀ, ਜੇ ਨੋਟ ਕਰਨਾ ਚਾਹੁੰਦੇ ਹੋ ਤਾਂ ਨੋਟ ਕਰ ਸਕਦੇ ਹੋ, ਦੱਸ ਦਿੰਦੀ ਹਾਂ ਮੈਂ ਦੁਬਾਰਾ ਰਿਪੀਟ ਕਰਦੀ ਹਾਂ ਕਿਹਨਾਂ ਵਿੱਚ 2 ਸਦਨੀ ਵਿਧਾਨ ਮੰਡਲ ਆ ਜਿਹੜਾ ਹੈਗੇ ਆ। ਫਸਟ ਹੈਗਾ ਜੀ ਏ 'ਤੇ ਆਂਧਰਾ ਪ੍ਰਦੇਸ਼, ਬੀ 'ਤੇ ਬਿਹਾਰ, ਫਿਰ ਹੈਗੀ ਜੀ ਟੀ 'ਤੇ ਤੇਲੰਗਾਨਾ, ਯੂ 'ਤੇ ਉੱਤਰ ਪ੍ਰਦੇਸ਼, ਐਮ 'ਤੇ ਮਹਾਰਾਸ਼ਟਰ ਅਤੇ ਨੈਕਸਟ ਹੈਗਾ ਕੇ 'ਤੇ ਕਰਨਾਟਕਾ। ਠੀਕ ਹੈ, ਇਹ ਕੀ ਬਣੂਗੀ? ਅਬ ਤੁਮ ਕਰਨਾ। ਠੀਕ ਹੈ, ਅਬ ਤੁਮ ਜਾਂ ਕੁਛ ਵੀ ਪਾ ਲਓ। ਠੀਕ ਹੈ, ਇਹਦਾ ਸਿਰਫ ਇਹ ਆਪਸ਼ਨ ਆਪਾਂ ਨੂੰ ਯੂਜ਼ ਕਰਨਾ। ਏ 'ਤੇ ਹੈਗਾ ਜੀ ਆਂਧਰਾ ਪ੍ਰਦੇਸ਼, ਬੀ 'ਤੇ ਬਿਹਾਰ, ਟੀ 'ਤੇ ਹੈਗਾ ਤੇਲੰਗਾਨਾ, ਯੂ 'ਤੇ ਉੱਤਰ ਪ੍ਰਦੇਸ਼, ਐਮ 'ਤੇ ਮਹਾਰਾਸ਼ਟਰ, ਕੇ 'ਤੇ ਕਰਨਾਟਕਾ। ਇਹਦਾ ਟ੍ਰਿਕ ਕੀ ਬਣੂਗਾ ਜੀ? ਅਬ ਤੁਮ ਕੁਛ। ਚਲੋ ਨੈਕਸਟ ਚੱਲਦੇ ਹਾਂ। ਟ੍ਰਿਕ ਨਾਲ ਯਾਦ ਕਰ ਲਿਓ ਜੀ, ਨਹੀਂ ਤਾਂ ਇਹਨਾਂ ਵਿੱਚ ਕਨਫਿਊਜ਼ਨ ਪੈ ਜਾਂਦੀ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ। ਨੈਕਸਟ ਚੱਲਦੇ ਹਾਂ। ਭਾਰਤ ਦੇ ਰਾਸ਼ਟਰਪਤੀ ਦਾ ਖਿਮਾ ਕਰਨ ਦਾ ਅਧਿਕਾਰ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਹੈ? ਹਾਂਜੀ, ਜਿਹੜਾ ਪ੍ਰੈਜ਼ੀਡੈਂਟ ਵੱਲੋਂ ਫਾਂਸੀ ਦੀ ਜਾਂ ਮੌਤ ਦੀ ਕਿਸੇ ਤਰ੍ਹਾਂ ਦੀ ਵੀ ਸਜ਼ਾ ਜਿਹੜੀ ਉਹਨੂੰ ਮਾफ़ ਕੀਤੀ ਜਾ ਸਕਦੀ ਹੈਗੀ, ਪਾਰਡਨਿੰਗ ਪਾਵਰ ਕਹਿੰਦੇ ਨੇ ਜਿਨ੍ਹਾਂ ਨੂੰ, ਉਸ ਨਾਲ ਸੰਬੰਧਿਤ ਆਰਟੀਕਲ ਪੁੱਛਿਆ ਗਈ। ਆਪਸ਼ਨ ਦੇਖਦੇ ਹਾਂ ਜੀ। ਫਸਟ ਹੈਗਾ ਜੀ ਆਪਸ਼ਨ ਨੰਬਰ ਏ 72, ਆਪਸ਼ਨ ਨੰਬਰ ਬੀ 73, ਆਪਸ਼ਨ ਨੰਬਰ 4 74 ਜਾਂ ਫਿਰ ਆਪਸ਼ਨ ਨੰਬਰ 5 68 ਜਾਂ ਫਿਰ 78। ਠੀਕ ਹੈ, ਸਹੀ ਆਪਸ਼ਨ ਹੈਗੇ ਜੀ ਜਿਹੜੀ ਪਾਰਡਨਿੰਗ ਪਾਵਰ ਆ ਜਾਂ ਖਿਮਾ ਕਰਨ ਦੀ ਸ਼ਕਤੀ ਉਹ ਹੈਗਾ ਆਪਸ਼ਨ ਨੰਬਰ ਏ 72। ਨੈਕਸਟ ਹੈ ਜੀ ਥੋੜ੍ਹੇ ਜਿਹੇ 1 ਲਾਈਨਰ ਆ ਗਏ ਵਿੱਚ, ਬਸ ਇੱਕੇ ਸਲਾਈਡ ਹੈ 1 ਲਾਈਨਰਾਂ ਦੀ, ਇਹ ਬਾਈ ਮਿਸਟੇਕ ਐਡ ਹੋਈ ਹੈਗੀ। ਫਸਟ ਹੈਗਾ ਜੀ ਮੂਲ ਸੰਵਿਧਾਨ ਵਿੱਚ ਅਨੁਛੇਦਾਂ ਅਤੇ ਅਨੁਸੂਚੀਆਂ ਦੀ ਗਿਣਤੀ ਕਿੰਨੀ ਸੀ? ਹਾਂਜੀ, ਜਿਹੜਾ ਮੂਲ ਸੰਵਿਧਾਨ ਸੀ ਭਾਰਤ ਦਾ ਉਸ ਵਿੱਚ 395 ਅਨੁਛੇਦ ਅਤੇ 9 ਅਨੁਸੂਚੀਆਂ ਸਨ। ਠੀਕ ਹੈ, ਨੈਕਸਟ ਹੈ ਜੀ ਭਾਰਤ ਦਾ ਸੰਵਿਧਾਨ ਭਾਰਤ ਨੂੰ ਕਿਸ ਰੂਪ ਵਿੱਚ ਵਰਣਿਤ ਕਰਦਾ ਹੈ? ਆਪਸ਼ਨ ਹੈ ਸਹੀ ਆਨਸਰ ਹੈਗਾ ਜੀ ਰਾਜਾਂ ਦੇ ਸੰਘ ਦੇ ਰੂਪ ਵਿੱਚ। ਨੈਕਸਟ ਹੈ ਜੀ ਭਾਰਤੀ ਸੰਵਿਧਾਨ ਅਨੁਸਾਰ ਰਾਜਨੀਤਿਕ ਸ਼ਕਤੀ ਦਾ ਆਧਾਰ ਕੀ ਹੈ? ਹਾਂਜੀ, ਜਿਹੜੀ ਰਾਜਨੀਤਿਕ ਸ਼ਕਤੀ ਆ ਉਸ ਦਾ ਆਧਾਰ ਕੀ ਹੈ? ਭਾਰਤ ਦੀ ਜਨਤਾ। ਨੈਕਸਟ ਹੈ ਪੰਥ ਨਿਰਪੇਖ ਸ਼ਬਦ ਨੂੰ ਕਿਸ ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ? 42ਵੀਂ ਸੰਵਿਧਾਨਕ ਸੰਸ਼ੋਧਨ ਅਧਿਨਿਯਮ 1976। ਨੈਕਸਟ ਹੈਗਾ ਜੀ ਭਾਰਤੀ ਸੰਵਿਧਾਨ ਦਾ ਸਰੂਪ ਸੰਘਾਤਮਕ ਹੈ ਜਾਂ ਏਕਾਤਮਕ? ਆਪਸ਼ਨ ਹੈ ਜੀ ਦੋਹਾਂ ਦਾ ਤਾਲਮੇਲ ਹੈ। ਠੀਕ ਹੈ, ਚਲੋ ਨੈਕਸਟ ਚੱਲਦੇ ਹਾਂ। ਹਾਂਜੀ, ਨੈਕਸਟ MCQ ਹੈਗਾ
ਸਮਾਜਿਕ ਆਰਥਿਕ ਅਤੇ ਰਾਜਨੀਤਿਕ ਨੀਤੀਆਂ ਦੀ ਵਿਵਸਥਾ ਸੰਵਿਧਾਨ ਦੇ ਕਿਸ ਭਾਗ ਵਿੱਚ ਕੀਤੀ ਗਈ ਹੈ? ਆਪਸ਼ਨ ਹੈਗੇ ਜੀ ਆਪਣੇ ਕੋਲ ਨੀਤੀ ਨਿਰਦੇਸ਼ਕ ਤੱਤ ਵਿੱਚ, ਪ੍ਰਸਤਾਵਨਾ ਵਿੱਚ, ਮੌਲਿਕ ਅਧਿਕਾਰਾਂ ਵਿੱਚ ਜਾਂ ਫਿਰ ਕਿਤੇ ਵੀ ਨਹੀਂ ਕੀਤੀ ਹੋਈ। ਸਹੀ ਆਪਸ਼ਨ ਬਣਦੀ ਹੈ ਜੀ ਇਹਦੀ ਆਪਣੇ ਕੋਲ ਆਪਸ਼ਨ ਨੰਬਰ ਬੀ, ਸਮਾਜਿਕ ਆਰਥਿਕ ਰਾਜਨੀਤਿਕ ਨਿਯਮ। ਪ੍ਰਸਤਾਵਨਾ ਵਿੱਚ ਕਿੰਨੇ ਪ੍ਰਕਾਰ ਦੇ ਨਿਯਮ ਦਿੱਤੇ ਗਏ ਨੇ ਜੀ ਆਪਾਂ ਨੂੰ? 3 ਪ੍ਰਕਾਰ ਦੇ। ਕਿਹੜੇ ਕਿਹੜੇ ਨੇ ਉਹ? ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀ। ਚਲੋ ਨੈਕਸਟ ਚੱਲਦੇ ਹਾਂ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਸ ਦਾ ਉਲੇਖ ਨਹੀਂ ਹੈ? ਹਾਂਜੀ, ਪ੍ਰਸਤਾਵਨਾ ਵਿੱਚ ਕਿਹੜੀ ਚੀਜ਼ ਇਹਨਾਂ 'ਚ ਸ਼ਾਮਿਲ ਨਹੀਂ ਹੈਗੀ? ਆਪਸ਼ਨ ਹੈ ਜੀ ਸੁਤੰਤਰਤਾ, ਸਮਾਨਤਾ, ਬੰਧੁਤਵ ਜਾਂ ਫਿਰ ਅਹਿੰਸਾ। ਸਹੀ ਆਪਸ਼ਨ ਹੈਗੇ ਜਿਹਨਾਂ ਵਿੱਚ ਜਿਹੜੀ ਸ਼ਾਮਿਲ ਨਹੀਂ ਹੈਗੀ ਉਹ ਹੈਗੇ ਆਪਸ਼ਨ ਨੰਬਰ ਡੀ, ਅਹਿੰਸਾ। ਨੈਕਸਟ ਚੱਲਦੇ ਹਾਂ ਜੀ। ਕਿਸ ਸੰਵਿਧਾਨ ਸੋਧ ਅਧਿਨਿਯਮ ਦੇ ਅੰਤਰਗਤ ਦੇਸੀ ਰਿਆਸਤਾਂ ਦੇ ਸ਼ਾਸਕਾਂ ਨੇ ਪ੍ਰੀਵੀ ਪਰਸ ਅਧਿਕਾਰ ਸਮਾਪਤ ਕਰ ਦਿੱਤੇ ਗਏ? ਹਾਂਜੀ, ਜਿਹੜੇ ਪ੍ਰੀਵੀ ਪਰਸ ਸੀਗੇ ਦੇਸੀ ਰਿਆਸਤਾਂ ਦੇ ਸ਼ਾਸਕਾਂ ਦੇ, ਉਹ ਕਦੋਂ ਖਤਮ ਕੀਤੇ ਸੀ ਜੀ? ਆਪਸ਼ਨ ਹੈਗਾ 25ਵੀਂ ਸੋਧ, 26, 31 ਜਾਂ ਫਿਰ 39। ਸਹੀ ਆਪਸ਼ਨ ਹੈਗੇ ਜੀ ਇਹਦੀ ਆਪਸ਼ਨ ਨੰਬਰ ਬੀ, 26ਵੀਂ। ਇਹ ਇੰਪੋਰਟੈਂਟ ਕੁਐਸਚਨ ਹੈ ਜੀ, ਇਹ ਆਇਆ ਹੋਇਆ ਬਹੁਤ ਵਾਰ, ਨੋਟ ਕਰ ਲੈਣਾ। ਨੈਕਸਟ ਹੈ ਜੀ। ਸੰਵਿਧਾਨ ਸੋਧ ਦੀ ਪ੍ਰਕਿਰਿਆ ਦਾ ਉਲੇਖ ਸੰਵਿਧਾਨ ਦੇ ਕਿਸ ਭਾਗ ਅਤੇ ਅਨੁਛੇਦ ਵਿੱਚ ਹੈ? ਹਾਂਜੀ, ਜਿਹੜੀ ਸੰਵਿਧਾਨ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਗਾ ਉਸ ਦਾ ਸੰਵਿਧਾਨ ਦੇ ਕਿਸ ਭਾਗ ਵਿੱਚ ਉਲੇਖ ਹੈ ਜੀ? ਅਤੇ ਅਨੁਛੇਦ ਕਿਹੜਾ ਗਾ ਦੇਖਦੇ ਹਾਂ। ਆਪਸ਼ਨ ਹੈਗੇ ਜੀ, ਫਸਟ ਆਪਸ਼ਨ ਹੈਗੇ ਜੀ ਭਾਗ 20 ਅਤੇ ਆਰਟੀਕਲ ਹੈਗਾ 368। ਸਿੱਧੇ ਹੀ ਦੱਸ ਰਹੇ ਹਾਂ, ਫਿਰ ਕਨਫਿਊਜ਼ਨ ਜੀ ਪੈ ਜਾਂਦੀ ਇਹਨਾਂ 'ਚ। ਭਾਗ ਕਿਹੜਾ ਸੀ? ਭਾਗ ਹੈਗਾ ਸੀ 20 ਅਤੇ ਆਰਟੀਕਲ ਹੈਗਾ ਜੀ 368। ਠੀਕ ਹੈ, ਇਹ ਇੰਪੋਰਟੈਂਟ ਆ ਭਾਗ। ਕਈ ਵਾਰ ਇਕੱਲਾ ਭਾਗ ਹੀ ਪੁੱਛ ਲੈਂਦੇ ਨੇ ਵੀ ਭਾਗ ਕਿਹੜਾ ਸੀ। ਸੋਧ ਨਾਲ ਸੰਬੰਧਿਤ ਜਿਹੜਾ ਭਾਗ ਹੈਗਾ 20 ਨੰਬਰ ਹੈਗੀ ਉਹ। ਠੀਕ ਹੈ, ਨੈਕਸਟ ਹੈ ਜੀ। ਜਨਹਿਤ ਜਾਚਕਾ ਸੰਬੰਧੀ ਕਿਹੜਾ ਤੱਥ ਅਢੁਕਵਾਂ ਹੈ? ਫਸਟ ਹੈਗਾ ਜੀ ਇਸ ਸੰਬੰਧ ਕੇਸ ਸਿਰਫ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਹੀ ਕੀਤੇ ਜਾ ਸਕਦੇ ਹਨ। ਆਪਸ਼ਨ ਨੰਬਰ ਬੀ, ਸਿਰਫ ਸੁਪਰੀਮ ਕੋਰਟ ਵਿੱਚ। ਆਪਸ਼ਨ ਨੰਬਰ ਸੀ, ਇਸ ਦਾ ਵਿਸ਼ਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਬਾਰੇ ਹੈ। ਆਪਸ਼ਨ ਨੰਬਰ ਡੀ, ਇਸ ਸੰਬੰਧੀ ਕੇਸ ਅਦਾਲਤ ਖੁਦ ਜਾਂਚ ਕਰਦੀ ਹੈ। ਸਹੀ ਆਪਸ਼ਨ ਹੈਗੇ ਜੀ ਇੱਥੇ ਆਪਸ਼ਨ ਨੰਬਰ ਸੀ, ਇਹ ਢੁਕਵਾਂ ਜੀ ਇਹਦੇ ਵਿੱਚ, ਬਾਕੀ ਸਾਰੇ ਰਾਈਟ ਨੇਗੇ। ਇਸ ਦਾ ਜਿਹੜਾ ਵਿਸ਼ਾ ਗਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਬਾਰੇ ਹੈ, ਇਹ ਗਲਤ ਆ ਜੀ। ਚਲੋ ਨੈਕਸਟ ਹੈ। ਹਾਂਜੀ, ਕਿ ਮੈਚ ਕਰਨ ਵਾਲਾ ਗਾ ਆਰਟੀਕਲ ਦਿੱਤੇ ਹੋਏ ਨੇ ਇੱਕ ਪਾਸੇ ਜਿਹੜਾ ਵਿਸ਼ਾ ਦਿੱਤਾ ਹੋਇਆ ਵੀ ਇਹ ਕਿਸ ਨਾਲ ਸੰਬੰਧਿਤ ਆਰਟੀਕਲ ਆ। ਫਸਟ ਆਰਟੀਕਲ ਦੇਖਦੇ ਹਾਂ ਜੀ 164 164 ਕਿਹਦੇ ਨਾਲ ਸੰਬੰਧਿਤ ਹੈ? ਇਹ ਹੈਗਾ ਜੀ, ਮੈਂ ਤੁਹਾਨੂੰ ਸਿੱਧੀ ਦੱਸ ਦਿੰਦੀ ਹੈਗੀ ਆਪਸ਼ਨ ਨੰਬਰ ਏ, ਮੁੱਖ ਮੰਤਰੀ ਦੀ ਨਿਯੁਕਤੀ ਸੰਬੰਧੀ ਹੈ। ਜਿਹੜਾ 155 ਹੈਗਾ ਜੀ ਉਹ ਹੈਗਾ ਰਾਜਪਾਲ ਦੀ ਨਿਯੁਕਤੀ ਸੰਬੰਧੀ। ਆਰਟੀਕਲ 75 ਹੈਗਾ ਜੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਸੰਬੰਧੀ। ਅਤੇ ਆਰਟੀਕਲ 64 ਹੈਗਾ ਜੀ, ਇਹ ਗਲਤ ਹੈਗਾ ਜੀ, ਰਾਸ਼ਟਰਪਤੀ ਦੀ ਨਹੀਂ ਹੋਣੀ ਸੀ ਇੱਥੇ, ਕਿਉਂਕਿ ਰਾਸ਼ਟਰਪਤੀ ਦੀ ਤਾਂ ਹੈਗੀ ਹੈ ਜੀ 54। ਠੀਕ ਹੈ, ਇਹ ਹੋਊਗਾ ਆਈ ਗੈਸ ਉਪ ਰਾਸ਼ਟਰਪਤੀ ਦੀ ਜੀ। ਹਾਂ, ਨੋਟ ਕਰ ਲੈਣਾ ਜੀ। ਆਰਟੀਕਲ 64 ਜਿਹੜਾ ਹੈਗਾ ਉਪ ਰਾਸ਼ਟਰਪਤੀ ਦੀ ਚੋਣਾਂ ਸੰਬੰਧੀ। ਠੀਕ ਹੈ, ਇਹ ਨਿਯੁਕਤੀਆਂ ਦੇ ਚੋਣਾਂ ਸੰਬੰਧੀ ਸਪੈਸ਼ਲ ਤੀਕ ਦੁਬਾਰਾ ਤੋਂ ਰਿਪੀਟ ਕਰਦੇ। ਜਿਹੜਾ ਫਸਟ ਹੈਗਾ ਗਾ 164 ਮੁੱਖ ਮੰਤਰੀ ਨਾਲ ਸੰਬੰਧਿਤ ਹੈਗਾ, ਉਹਦੀ ਜਿਹੜੀ ਨਿਯੁਕਤੀ ਹੁੰਦੀ ਹੈ ਮੁੱਖ ਮੰਤਰੀ ਦੀ। ਨੈਕਸਟ ਹੈ 155 ਰਾਜਪਾਲ। ਆਰਟੀਕਲ 75 ਹੈਗਾ ਪ੍ਰਧਾਨ ਮੰਤਰੀ ਅਤੇ ਆਰਟੀਕਲ 64 ਹੈਗਾ ਉਪ ਰਾਸ਼ਟਰਪਤੀ ਦੀ ਚੋਣਾਂ ਨਾਲ। ਨੈਕਸਟ ਹੈ ਜੀ। ਹਾਂਜੀ, ਇਹ ਆਰਟੀਕਲ ਨੇ ਇੰਪੋਰਟੈਂਟ ਇਹਦਾ ਸਕਰੀਨਸ਼ਾਟ ਲੈ ਲੈਣਾ ਅਤੇ ਯਾਦ ਕਰ ਲੈਣਾ। ਇੱਕ ਵਾਰੀ ਰਿਪੀਟ ਕਰਾ ਦਿੰਦੇ ਹਾਂ। 148 ਕਿਹਦੇ ਨਾਲ ਹੈ ਜੀ? ਕੈਗ ਨਾਲ ਸੰਬੰਧਿਤ ਆ। 76 ਹੈਗਾ ਭਾਰਤ ਦੇ ਮਹਾਨਿਆਂਵਾਦੀ ਦੀ ਨਿਯੁਕਤੀ ਨਾਲ। 93 ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਨਾਲ। 89 ਹੈਗਾ ਜਿਹੜਾ 99 ਰਾਜ ਸਭਾ ਦੇ ਸਭਾਪਤੀ ਦੀ ਨਿਯੁਕਤੀ ਨਾਲ। ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਜੀ? ਉਪ ਰਾਸ਼ਟਰਪਤੀ। ਠੀਕ ਹੈ, ਵਾਈਸ ਪ੍ਰੈਜ਼ੀਡੈਂਟ। 126 ਨੰਬਰ ਆ ਜਿਹੜਾ ਉਹ ਹੈਗਾ ਜੀ ਮੁੱਖ ਨਿਆਂਧੀਸ਼ ਸਰਵਉੱਚ ਅਦਾਲਤ ਦੀ ਨਿਯੁਕਤੀ ਸੰਬੰਧੀ। ਨੈਕਸਟ ਹੈ ਜੀ 217 ਉੱਚ ਅਦਾਲਤ ਦੇ ਨਿਆਂਧੀਸ਼ ਦੀ ਨਿਯੁਕਤੀ ਸੰਬੰਧੀ।
233 ਜ਼ਿਲ੍ਹਾ ਨਿਆਂਧੀਸ਼ ਸ਼ਾਸਨ ਜੱਜਾਂ ਦੀ ਨਿਯੁਕਤੀ ਸੰਬੰਧੀ। 316 ਹੈਗਾ ਜੀ ਲੋਕ ਸੇਵਾ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਸੰਬੰਧੀ। 63 ਹੈਗਾ ਜੀ ਭਾਰਤ ਦੇ ਉਪ ਰਾਸ਼ਟਰਪਤੀ ਦੀ ਨਿਯੁਕਤੀ ਸੰਬੰਧੀ। ਅਤੇ 280 ਹੈਗਾ ਜੀ ਵਿੱਤ ਆਯੋਗ ਸੰਬੰਧੀ। ਠੀਕ ਹੈ, ਸਾਰੇ ਇੰਪੋਰਟੈਂਟ ਨੇ ਇਹ ਜਿਹੜੀਆਂ ਵੱਖ ਨਿਯੁਕਤੀਆਂ ਹੁੰਦੀਆਂ ਨੇ ਉਹਨਾਂ ਸੰਬੰਧੀ ਆਰਟੀਕਲ ਨੇ ਇਹ। ਚਲੋ ਇੱਕ ਨੀਚੇ ਹੋਰ ਰਹਿ ਗਏ ਜੀ, ਇਹ ਵੀ ਦੇਖ ਲੈਂਦੇ ਹਾਂ। ਸੰਵਿਧਾਨ ਵਿੱਚ ਕ੍ਰਮਵਾਰ ਆਉਂਦੇ ਹਨ। ਹਾਂਜੀ, ਭਾਰਤ ਵਿੱਚ ਜਿਹੜਾ ਸੰਵਿਧਾਨ ਵਿੱਚ ਸਭ ਤੋਂ ਜਿਹੜਾ ਫਸਟ ਨਾਗਰਿਕ ਕਿਹਨੂੰ ਕਿਹਾ ਗਿਆ ਹੈਗਾ, ਉਹ ਕਿਹਾ ਗਿਆ ਹੈ ਜੀ ਰਾਸ਼ਟਰਪਤੀ ਨੂੰ। ਜੇ ਪੁੱਛ ਲਿਆ ਭਾਰਤ ਦਾ ਦੂਜਾ ਨਾਗਰਿਕ ਕਿਹੜਾ ਗਾ ਸੰਵਿਧਾਨਿਕ ਤੌਰ 'ਤੇ, ਉਹ ਹੈਗਾ ਉਪ ਰਾਸ਼ਟਰਪਤੀ। ਤੀਜੇ ਨੰਬਰ 'ਤੇ ਆ ਜਾਂਦਾ ਜੀ ਪ੍ਰਧਾਨ ਮੰਤਰੀ। ਚੌਥੇ 'ਤੇ ਆ ਜਾਂਦਾ ਰਾਜਪਾਲ। ਅਤੇ ਪੰਜਵੇਂ 'ਤੇ ਆਉਂਦਾ CM ਭਾਵ ਮੁੱਖ ਮੰਤਰੀ। ਠੀਕ ਹੈ ਜੀ, ਇਹ ਇੰਪੋਰਟੈਂਟ ਹੈ। ਇਹਨਾਂ 'ਚੋਂ ਵੀ ਕਈ ਵਾਰ ਕੁਐਸਚਨ ਪੁੱਛ ਸਕਦੇ ਨੇਗੇ ਵੀ ਭਾਰਤੀ ਸੰਵਿਧਾਨ ਦਾ ਦੂਜਾ ਨਾਗਰਿਕ ਕਿਸ ਨੂੰ ਕਿਹਾ ਗਿਆ ਹੈ, ਜਾਂ ਤੀਜਾ ਨਾਗਰਿਕ ਕਿਸ ਨੂੰ ਕਿਹਾ ਗਿਆ ਹੈ, ਜਾਂ ਵੈਸੇ ਇੱਕ ਪਾਸੇ ਲਿਖ ਦੇਣ ਫਸਟ, ਸੈਕਿੰਡ, ਥਰਡ ਅਤੇ ਦੂਜੇ ਪਾਸੇ ਨੇਮ ਲਿਖ ਦੇਣ। ਇੱਕ ਵਾਰ ਦੁਬਾਰਾ ਰਿਪੀਟ ਕਰਦੇ ਹਾਂ। ਫਸਟ ਕਿਹਾ ਗਿਆ ਰਾਸ਼ਟਰਪਤੀ ਨੂੰ। ਠੀਕ ਹੈ, ਸੈਕਿੰਡ ਨਾਗਰਿਕ ਕਿਹਾ ਗਿਆ ਹੈਗਾ ਉਪ ਰਾਸ਼ਟਰਪਤੀ ਨੂੰ। ਥਰਡ ਪ੍ਰਧਾਨ ਮੰਤਰੀ ਨੂੰ। ਫੋਰਥ ਕਿਹਾ ਗਿਆ ਨਾਗਰਿਕ ਕੌਣ ਆ ਜੀ, ਉਹ ਹੈਗਾ ਜੀ ਰਾਜਪਾਲ। ਅਤੇ ਪੰਜਵੇਂ ਨੰਬਰ 'ਤੇ ਆਉਂਦਾ ਜੀ CM। ਠੀਕ ਹੈ, ਚਲੋ ਨੈਕਸਟ ਚੱਲਦੇ ਜੀ। ਅੱਜ ਦੇ ਇੰਨੇ MCQ ਸੀ। ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ, ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਓ ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਹੀ ਜਿਹੀ ਲੱਗੀ। ਅੱਜ ਲਈ ਇੰਨੀ MCQ ਸੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਚੈਪਟਰ ਨਾਲ ਅਤੇ ਨਵੇਂ ਕੁਐਸਚਨਾਂ ਨਾਲ। ਤਦ ਤੱਕ ਲਈ ਧੰਨਵਾਦ। ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਨਾਲ ਹੋਰ ਸਟੂਡੈਂਟ ਵੀ ਜੁੜ ਸਕਣ। ਫਿਰ ਆਪਾਂ ਲਾਈਵ ਕਲਾਸ ਜ਼ਰੂਰ ਲੈ ਕੇ ਆਵਾਂਗੇ। ਜੇ ਆਪਣੇ ਨਾਲ ਸਟੂਡੈਂਟ ਵੱਧ ਗਏ ਤਾਂ ਆਪਾਂ ਜ਼ਰੂਰ ਲਾਈਵ ਕਲਾਸ ਲਾਇਆ ਕਰਾਂਗੇ ਫਿਰ ਸਾਰਿਆਂ ਦੀ। ਠੀਕ ਹੈ, ਚਲੋ ਜੀ ਚੱਲਦੇ ਹਾਂ ਜੀ।